जनरल कैटेगरी वैलफेयर फाउंडेशन के जोड़े पदाधिकारी है अज पंजाब कांग्रेस के प्रधान नवजोत सिंह सिद्धू नूं मिले ने उन्होंने मैमोरेंडम दिता। साडे नाल श्याम लाल शर्मा जी है, उन्होंने असीं गलबात करते हैं, उन्होंने की कहना है। सर अज थोड़ी मुलाकात हुई है, किस गल नूं लैके मुलाकात हुई है? मैमोरेंडम च की सीगा, की डिमांड की गई? ਅਸੀਂ ਅੱਜ ਕਾਂਗਰਸ ਪ੍ਰੈਜ਼ੀਡੈਂਟ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਮਿਲੇ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਕਿ 2:30 ਵਜੇ ਆਣ ਕੇ ਤੁਸੀਂ ਮਿਲ ਸਕਦੇ ਹੋ, ਕਿਉਂਕਿ ਸਾਰੇ ਪਾਸਿਓਂ ਮਿਲ ਰਹੇ ਨੇ, ਹਰ ਕੋਈ ਆਪਣੀ ਆਪਣੀ ਗੱਲ ਰੱਖ ਰਿਹਾ ਹੈ। ਅਸੀਂ ਵੀ ਉਹਨਾਂ ਅੱਗੇ ਗੱਲ ਰੱਖੀ ਹੈ ਕਿ ਜਿਹੜਾ ਤੁਸੀਂ ਇੱਕ ਤਾਂ ਤੁਸੀਂ ਨੌਕਰੀ ਦੇ ਵਿੱਚ ਪਹਿਲਾਂ ਸਿੱਧੀ ਭਰਤੀ ਵੇਲੇ ਰਿਜ਼ਰਵੇਸ਼ਨ ਦੇ ਰਹੇ ਹੋ 25%, ਫਿਰ ਤੁਸੀਂ ਪੰਜਾਬ ਦੇ ਵਿੱਚ ਪ੍ਰਮੋਸ਼ਨਾਂ ਵਿੱਚ ਵੀ ਦੇ ਰਹੇ ਹੋ, ਫਿਰ ਪ੍ਰਮੋਸ਼ਨ ਦੇ ਨਾਲ ਨਾਲ ਤੁਸੀਂ ਆਲਰੇਡੀ ਸੀਨੀਅਰਟੀ ਦਾ ਬੈਨੀਫਿਟ ਵੀ ਦੇ ਰਹੇ ਹੋ, ਸਾਰਾ ਕੁਝ ਦੇਈ ਜਾਂਦੇ। ਹੁਣ ਤੁਸੀਂ ਕਹਿੰਦੇ ਵੀ ਅਸੀਂ ਕੰਸੀਕੁਐਂਸ਼ਲ ਸੀਨੀਅਰਟੀ ਦਾ ਬੈਨੀਫਿਟ ਵੀ ਦੇਣਾ ਹੈ, ਮਤਲਬ ਕਿ 85ਵੀਂ ਸੋਧ ਦਾ ਬੈਨੀਫਿਟ ਦੇਣਾ ਹੈ, ਤੇ ਉਹਦੇ ਨਾਲ ਤਾਂ ਸਾਡਾ ਬਹੁਤ ਨੁਕਸਾਨ ਹੋਏਗਾ। ਫਿਰ ਤਾਂ ਸਰਵਿਸਿਜ਼ ਦੇ ਵਿੱਚ ਜਨਰਲ ਵਰਗ ਦੀ ਕੋਈ ਪ੍ਰਮੋਸ਼ਨ ਹੀ ਨਹੀਂ ਹੋਏਗੀ। ਉਹ ਜਿਹੜੇ ਸਾਥੀ ਨੇ ਉਹਨਾਂ ਦੀ 100% ਜਿਹੜੀ ਹੈ ਪੋਸਟਾਂ ਉਹਨਾਂ ਕੋਲ ਚਲੀ ਜਾਣਗੀਆਂ, ਕਿਉਂਕਿ ਪਹਿਲਾਂ ਕੋਰਟਾਂ ਦੇ ਧਿਆਨ 'ਚ ਵੀ ਅਸੀਂ ਇਹੀ ਲਿਆਂਦਾ ਸੀ ਤੇ ਉੱਥੇ ਕੋਰਟਾਂ 'ਚ ਇਹ ਚੀਜ਼ ਪ੍ਰੂਵ ਹੋ ਚੁੱਕੀ ਹੈ ਕਿ ਜੇ ਕੰਸੀਕੁਐਂਸ਼ਲ ਸੀਨੀਅਰਟੀ ਦਿੱਤੀ ਜਾਂਦੀ ਹੈ ਤਾਂ ਐਟ ਲੇਟਰ ਸਟੇਜ ਜਿਹੜੀ ਹੈ ਉਹ ਜਨਰਲ ਕੈਟਾਗਰੀ ਨੂੰ ਕੋਈ ਵੀ ਹਾਇਰ ਪੋਸਟਾਂ ਨਹੀਂ ਮਿਲਦੀਆਂ ਨੇ। ਤੇ ਇੱਕ ਅਸੀਂ ਉਹਨਾਂ ਨੂੰ ਦੂਜੀ ਡਿਮਾਂਡ ਰੱਖੀ ਹੈ ਕਿ ਜਿਵੇਂ ਸਾਰੇ ਵਰਗਾਂ ਵਾਸਤੇ ਸਾਰੀ ਕੈਟਾਗਰੀਜ਼ ਵਾਸਤੇ ਤੁਸੀਂ ਕਮਿਸ਼ਨ ਬਣਾਏ ਹੋਏ ਨੇ, ਇੱਕ ਜਨਰਲ ਕੈਟਾਗਰੀ ਐਸੀ ਹੈ ਕਿ ਜਿਹਦੇ ਵਾਸਤੇ ਕੋਈ ਸਟੇਟ ਕਮਿਸ਼ਨ ਨਹੀਂ, ਕੋਈ ਨੈਸ਼ਨਲ ਕਮਿਸ਼ਨ ਨਹੀਂ। ਸਾਡੇ ਨਾਲ ਜਿਹੜਾ ਰਿਜ਼ਰਵੇਸ਼ਨ ਤੇ ਧੱਕਾ ਹੁੰਦਾ ਹੈ ਉਹ ਅਸੀਂ ਕਿਤੇ ਚਾਰਾਜੋਈ ਨਹੀਂ ਕਰ ਸਕਦੇ, ਤੇ ਇਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸਾਡੇ ਵਾਸਤੇ ਕਮਿਸ਼ਨ ਬਣਾਇਆ ਜਾਵੇ। ਉਹਨਾਂ ਦਾ ਜਿਹੜਾ ਹੁੰਗਾਰਾ ਸੀ ਉਹ ਹਾਂ ਪੱਖੀ ਸੀ, ਤੇ ਹੁਣ ਸਾਡੇ ਸੀਨੀਅਰ ਵਾइस ਪ੍ਰੈਜ਼ੀਡੈਂਟ खड़े ने मिस्टर अपना कौशल साहब। कौशल साहब मैं ये जानना चाहना भी ये धक्का क्यों हो रहा? जनरल कैटेगरी वाले नाल धक्का क्यों हो रहा? मैं जनरल कैटेगरी का कोई कमीशन नहीं है, कोई उन्होंने पुछगिछ नहीं है, किते कोई उन्होंने रिजर्वेशन नहीं है, जनरल कैटेगरी नूं अनदेखा क्यों किया जा रहा? सरकार किहड़ी भी आ जाए उन्होंने मतलब जनरल कैटेगरी जिहड़ी है प्रियोरिटी नहीं है। माई सैल्फ सरबजीत कौशल, ਸਕੱਤਰ ਜਨਰਲ ਕੈਟੇਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ। ਤੁਸੀਂ ਸਵਾਲ ਕੀਤਾ ਜਨਰਲ ਕੈਟੇਗਰੀ ਨਾਲ ਧੱਕਾ ਕਿਉਂ ਹੋ ਰਿਹਾ ਹੈ। ਅੱਜ ਜੇ ਅਸੀਂ ਪਾਰਲੀਮੈਂਟ ਦੀ ਸਿਚੁਏਸ਼ਨ ਦੇਖੀਏ, ਵਿਧਾਨ ਸਭਾ ਦੀ ਸਿਚੁਏਸ਼ਨ ਦੇਖੀਏ ਸਾਰੀਆਂ ਸਟੇਟਾਂ ਦੇ ਵਿੱਚ, ਤਾਂ ਜਨਰਲ ਕੈਟੇਗਰੀ ਦੇ ਸਾਡੇ MLA MP ਆ ਬਹੁਤ ਗਿਣਤੀ 'ਚ ਬੈਠੇ ਆ। ਉਹਦੇ ਬਾਵਜੂਦ ਵੀ ਜਰਨਲ ਕੈਟੇਗਰੀ ਦਾ ਮਜ਼ਦੂਰ ਆ, ਜਰਨਲ ਕੈਟੇਗਰੀ ਦਾ ਛੋਟਾ ਕਿਸਾਨ ਆ, ਜਰਨਲ ਕੈਟੇਗਰੀ ਦਾ ਮੁਲਾਜ਼ਮ ਹੈ, ਕਰਮਚਾਰੀ ਆ, ਆਫੀਸਰ ਆ, ਉਹ ਇਸ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਿਹਾ ਹੈਗਾ। ਉਹਦੇ ਜੇ ਅਸੀਂ ਅੰਕੜੇ ਦੇਖੀਏ ਪੰਜਾਬ ਦੇ ਵਿੱਚ 30-32% ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਜਿਹੜੀ ਪਾਪੂਲੇਸ਼ਨ ਆ। ਜਿਹੜੇ ਸ਼ਰਮਾ ਜੀ ਨੇ ਪਹਿਲਾਂ ਗੱਲ ਕੀਤੀ, ਅੱਜ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਅਸੀਂ ਮਿਲਣ ਆਏ ਹਾਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜੋ ਮੌਜੂਦਾ ਪ੍ਰਧਾਨ ਨੇ, ਸਾਨੂੰ ਸਮਾਂ ਦਿੱਤਾ ਗਿਆ। ਤਾਂ ਉਹਦੇ ਵਿੱਚ ਗੱਲ ਕੀ ਹੈ ਵੀ 85ਵੀਂ ਸੋਧ ਇੱਕ ਮੁੱਦਾ ਸੀ, ਤੇ ਸੈਕੰਡ ਸੀਗਾ ਮੁੱਦਾ ਜਨਰਲ ਕੈਟੇਗਰੀ ਵੈਲਫੇਅਰ ਫੈਡਰੇਸ਼ਨ ਦਾ ਇੱਕ ਕਮਿਸ਼ਨ ਬਣਾਉਣਾ। ਕਮਿਸ਼ਨ ਦੇ ਵਿੱਚ ਕੀ ਹੈ, ਉਹਦਾ ਜਰਨਲ ਕੈਟੇਗਰੀ ਨੂੰ ਇੱਕ ਲਾਭ ਇਸ ਤਰ੍ਹਾਂ ਦਾ ਹੋਣਾ ਕਿ ਐਟਰੋਸਿਟੀ ਇੱਕ ਬਹੁਤ ਹੀ ਖਤਰਨਾਕ ਐਕਟ ਹੈਗਾ ਜਿਹੜਾ ਕਿ ਕਿਸੇ ਵੀ ਵਿਅਕਤੀ ਦੇ ਉੱਤੇ ਲਗਾਇਆ ਜਾ ਸਕਦਾ ਹੈ। ਜਰਨਲ ਕੈਟੇਗਰੀ ਦਾ ਚਾਹੇ ਮੁਲਾਜ਼ਮ ਹੈ, ਚਾਹੇ ਕਰਮਚਾਰੀ ਹੈ, ਚਾਹੇ ਸਿਟੀਜ਼ਨ ਹੈ, ਤਾਂ ਇੱਕ ਜੇ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਦਾ ਜਿਹੜਾ ਕੋਈ ਸਿਟੀਜ਼ਨ ਹੈ ਜਾਂ ਕਰਮਚਾਰੀ ਆ, ਉਹ ਜਰਨਲ ਕੈਟੇਗਰੀ ਦੇ ਨੂੰ ਲਿਜਾ ਕੇ ਰੱਖ ਦਿੰਦਾ। ਉਹ ਤਾਂ 2018 ਦੇ ਵਿੱਚ ਸੁਪਰੀਮ ਕੋਰਟ ਦੇ ਮਿਸਟਰ ਆਦਰਸ਼ ਕੁਮਾਰ ਗੋਇਲ ਜੱਜ ਸਾਹਿਬ ਸੀ, ਉਹਨਾਂ ਨੇ ਇੱਕ ਬੜਾ ਵਧੀਆ ਫੈਸਲਾ ਦਿੱਤਾ ਸੀ ਕਿ ਜੇਕਰ ਐਟਰੋਸਿਟੀ ਐਕਟ ਲਾਉਣ ਤੋਂ ਪਹਿਲਾਂ, FIR ਲੌਜ ਕਰਨ ਤੋਂ ਪਹਿਲਾਂ ਜੇ ਕੋਈ ਕਰਮਚਾਰੀ ਮੁਲਾਜ਼ਮ ਆਫੀਸਰ 'ਤੇ ਐਟਰੋਸਿਟੀ ਐਕਟ ਲਾਉਣਾ ਤਾਂ ਉਹਦੇ ਅਪੁਆਇੰਟਿੰਗ ਅਥਾਰਟੀ ਤੋਂ ਪ੍ਰਵਾਨਗੀ ਲਈ ਜਾਊਗੀ, ਉਹਦੀ ਪਰਮਿਸ਼ਨ ਲਈ ਜਾਓ। ਔਰ ਜੇ ਕਿਸੇ ਸਿਟੀਜ਼ਨ ਦੇ ਉੱਤੇ ਐਟਰੋਸਿਟੀ ਐਕਟ ਲੱਗਦਾ ਤਾਂ ਉਹਦੀ DSP ਲੈਵਲ ਦਾ ਅਧਿਕਾਰੀ ਹੈ ਜਿਹੜਾ ਉਹਦੀ ਛਾਣਬੀਨ ਕਰੂਗਾ, ਉਹਦੀ ਰਿਪੋਰਟ SSP ਨੂੰ ਭੇਜੀ ਜਾਊਗੀ, ਡਿਸਟ੍ਰਿਕਟ ਮੈਜਿਸਟ੍ਰੇਟ ਕੋਲ ਭੇਜੀ ਜਾਊਗੀ, ਫਿਰ FIR ਲਈ ਉਹ ਇਜਾਜ਼ਤ ਦੇਣਗੇ। ਤਾਂ ਜਿਹੜੀ ਧੱਕੇਸ਼ਾਹੀ ਹੈ ਇਹ ਜਰਨਲ ਕੈਟੇਗਰੀ ਨਾਲ ਹਮੇਸ਼ਾ ਹੀ ਹੁੰਦੀ ਆਈ ਹੈਗੀ। ਅੱਜ 70 ਸਾਲਾਂ ਦਾ ਸਮਾਂ ਹੋ ਗਿਆ, ਕਾਨਸਟੀਟਿਊਸ਼ਨ ਦੇ ਵਿੱਚ ਸਿਰਫ 10 ਸਾਲ ਦੇ ਲਈ ਰਿਜ਼ਰਵੇਸ਼ਨ ਦਾ ਬਣਾਇਆ ਗਿਆ ਸੀ ਤਾਂ ਕਿ ਦਲਿਤ ਵਰਗ ਨੂੰ ਉਸ ਦਾ ਲਾਭ ਹੋ ਸਕੇ। ਲੇਕਿਨ ਦਲਿਤ ਵਰਗ ਦਾ ਅਜੇ ਵੀ ਜਿਹੜਾ ਪੱਲੇਦਾਰੀ ਕਰ ਰਿਹਾ, ਰਿਕਸ਼ਾ ਚਲਾ ਰਿਹਾ, ਖੇਤਾਂ ਦੇ ਵਿੱਚ ਮਜ਼ਦੂਰੀ ਕਰ ਰਿਹਾ, ਉਹਦੇ ਬੱਚੇ ਨੂੰ ਤਾਂ ਇਸ ਦਾ ਕੋਈ ਲਾਭ ਨਹੀਂ ਹੋ ਰਿਹਾ, ਸੜਕਾਂ 'ਤੇ ਮਜ਼ਦੂਰੀ ਕਰ ਰਿਹਾ।
ਤਾਂ ਇਸ ਦਾ ਲਾਭ ਕਿਹਨੂੰ ਹੋ ਰਿਹਾ? ਇੱਕ ਕ੍ਰੀਮੀ ਲੇਅਰ ਪੈਦਾ ਹੋ ਗਈ ਆ। IAS ਹੋ ਗਏ ਰਿਜ਼ਰਵ ਦੇ, IPS ਹੋ ਗਏ, MLA ਬਣ ਗਏ, MP ਬਣ ਗਏ, ਰਾਸ਼ਟਰਪਤੀ ਵੀ ਅਸੀਂ ਰਿਜ਼ਰਵ ਦੇ ਬਣਾਤੇ, ਲੇਕਿਨ ਉਹਨਾਂ ਦੇ ਬੱਚਿਆਂ ਨੂੰ ਅੱਜ ਤੱਕ ਫਿਰ ਵੀ ਬੈਨੀਫਿਟ ਦਿੱਤਾ ਜਾ ਰਿਹਾ ਹੈ। ਔਰ ਜਿਹੜਾ ਮਜ਼ਦੂਰ ਵਰਗ ਆ, ਚਾਹੇ ਜਰਨਲ ਦਾ ਚਾਹੇ OBC ਦਾ, ਜਿਹੜੀ 85ਵੀਂ ਸੋਧ ਦਾ ਵੱਡਾ ਨੁਕਸਾਨ ਸਾਡੇ ਪੰਜਾਬ ਦੇ ਵਿੱਚ 70 ਤੋਂ ਲੈ ਕੇ 75% ਜਨਤਾ ਜਿਹੜੀ ਆ ਪਾਪੂਲੇਸ਼ਨ ਆ ਉਹ ਜਰਨਲ ਪਲੱਸ OBC ਆ। ਔਰ ਇਸ 85ਵੀਂ ਸੋਧ ਦਾ ਜਿਹੜਾ ਵੱਡਾ ਨੁਕਸਾਨ ਹੈ ਜਰਨਲ ਤੇ OBC ਕਰਮਚਾਰੀ ਅਫਸਰ ਨੂੰ ਹੋਊਗਾ। ਸਰ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ, ਇਹਨਾਂ ਨੇ ਗੱਲ ਕੀਤੀ ਵੀ ਸਰਕਾਰ ਕੋਈ ਵੀ ਹੋਵੇ, ਚਾਹੇ ਅਕਾਲੀ ਦਲ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ, ਉਹ ਜਨਰਲ ਨੂੰ ਅਣਦੇਖਾ ਕਿਉਂ ਕਰਦੀ ਆ? ਉਹਨਾਂ ਦਾ ਇੱਕੋ ਹੀ ਮਕਸਦ ਰਹਿੰਦਾ ਹੈ ਵੀ ਜਿਹੜਾ ਪਿਛੜਾ ਵਰਗ ਹੈ, ਜਿਹੜਾ ਸ਼ਡਿਊਲ ਕਾਸਟ ਹੈ, ਸ਼ਡਿਊਲ ਟਰਾਈਬ ਹੈ ਜਾਂ ਹੋਰ ਕੋਈ ਪਿਛੜਾ ਵਰਗ ਹੈ, ਉਹਨੂੰ ਹੀ ਸਾਰੇ ਬੈਨੀਫਿਟ ਦੇਣ ਦੀ ਉਹ ਕੋਸ਼ਿਸ਼ ਕਰਦੀ ਆ, ਉਹਨੂੰ ਹੀ ਲਵਾਉਣ ਦੀ ਗੱਲ ਕਰਦੀ ਆ, ਉਹਨੂੰ ਹੀ ਬੈਨੀਫਿਟ ਦੇਣ ਦੀ ਕੋਸ਼ਿਸ਼ ਕਰਦੀ ਆ, ਉਹਨੂੰ ਹੀ ਉੱਪਰ ਚੱਕਣ ਦੀ ਕੋਸ਼ਿਸ਼ ਕਰਦੀ ਆ। ਜਨਰਲ ਦਾ ਹਮੇਸ਼ਾ ਹੀ ਅਣਦੇਖਾ ਕੀਤਾ ਜਾਂਦਾ, ਇਹ ਕਿਉਂ? ਸਰ ਇਹ ਬਿਲਕੁਲ ਸਹੀ ਗੱਲ ਆ ਤੁਹਾਡੀ। ਇਹ ਇੱਕ ਜਿੰਨੀਆਂ ਵੀ ਪਾਰਟੀਆਂ ਨੇ, ਪੋਲੀਟੀਕਲ ਪਾਰਟੀਆਂ, ਇਹਨਾਂ ਦੇ ਮਨਾਂ 'ਚ ਇੱਕ ਵਹਿਮ ਹੈ ਕਿ ਜਿਹੜੀ ਵੋਟ ਹੈ ਸਿਰਫ ਰਿਜ਼ਰਵ ਕੈਟਾਗਰੀ ਜਾਂ ਗਰੀਬ ਲੋਕ ਹੀ ਇਹਦੀ ਵੋਟਿੰਗ ਦਾ ਅਧਿਕਾਰ ਹੈ, ਉਹ ਆਪਣੀ ਵੋਟਿੰਗ ਦਾ ਇਸਤੇਮਾਲ ਕਰਦੇ ਨੇ। ਜਿਹੜੇ ਜਨਰਲ ਕੈਟਾਗਰੀ ਦੇ ਲੋਕ ਨੇ ਇਹ ਵੋਟਿੰਗ ਦਾ ਇਸਤੇਮਾਲ ਨਹੀਂ ਕਰਦੇ। ਪਰ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੈਂ ਪਟਿਆਲੇ ਤੋਂ ਹਾਂ, ਅਸੀਂ ਇਹ ਮੁਹਿੰਮ ਚਲਾਈ ਸੀ ਵੀ ਜਿੰਨੇ ਜਨਰਲ ਕੈਟਾਗਰੀ ਦੇ ਲੋਕ ਆ ਮੈਕਸਿਮਮ ਆਪਣੀ ਵੋਟ ਪਾਓ, ਕਿਉਂਕਿ ਜਦੋਂ ਅਸੀਂ ਵੋਟ ਪਾਵਾਂਗੇ ਤਾਂ ਸਾਨੂੰ ਵੀ ਸਾਡੀ ਸੁਣਵਾਈ ਹੋਊਗੀ, ਸਾਨੂੰ ਵੀ ਇਕੱਠੇ ਹੋਣ ਦੀ ਲੋੜ ਹੈ। ਇਹ ਬਿਲਕੁਲ ਸੱਚਾਈ ਹੈ ਵੀ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਗਰੀਬ ਪਬਲਿਕ ਦੇ ਵਿੱਚ ਜਿਹੜੇ ਨੇਤਾ ਲੱਗੇ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਇਹ ਮਨਾਂ ਵਿੱਚ ਇੱਕੋ ਗੱਲ ਹੈ ਵੀ ਇਹ ਵੱਧ ਤੋਂ ਵੱਧ ਵੋਟ ਪਾਉਂਦੇ ਨੇ ਜੀ। ਮੈਂ ਇਹ ਸੋਚਦੇ ਆ ਵੀ ਪਾਰਟੀਆਂ ਦੇ ਮਨ 'ਚ ਇੱਕ ਵਹਿਮ ਚਲਾ ਗਿਆ ਵੀ ਜਨਰਲ ਕੈਟਾਗਰੀ ਵਾਲਾ ਵੋਟ ਨਹੀਂ ਪਾਉਂਦਾ, ਇਸੇ ਕਰਕੇ ਉਹ ਉਹਨੂੰ ਲਵਾਉਣ ਦੀ ਜਾਂ ਉਹਨਾਂ ਦੇ ਹੱਕ ਦੀ ਕੋਈ ਗੱਲ ਹੀ ਨਹੀਂ ਕਰਦਾ। ਮੈਂ ਇੱਕ ਤਰ੍ਹਾਂ ਦਾ ਆਪਾਂ ਇਹ ਕਹੀਏ ਵੀ ਹੁਣ ਜਿਹੜਾ ਪੀੜਿਤ ਹੈ ਉਹ ਜਨਰਲ ਕੈਟਾਗਰੀ ਹੋ ਗਈ ਦੂਜੇ ਦੀ ਜਗ੍ਹਾ। ਜਿਹੜੀ ਪਹਿਲੇ SC ST ਵਾਲੇ ਪੀੜਿਤ ਆਪਾਂ ਮੰਨਦੇ ਸੀਗੇ, ਜਿਨ੍ਹਾਂ ਲਈ ਅਸੀਂ ਰਿਜ਼ਰਵੇਸ਼ਨ ਲਿਆਂਦੀ, ਇਸ ਦਾ ਮਤਲਬ ਇਹ ਹੋ ਗਿਆ ਵੀ ਉਹਨਾਂ ਦੀ ਜਗ੍ਹਾ ਹੁਣ ਜਨਰਲ ਕੈਟਾਗਰੀ ਵਾਲੇ ਪੀੜਿਤ ਹੋ ਗਏ, ਉਹ ਉੱਪਰ ਚਲੇ ਗਏ। ਨਹੀਂ, ਮੈਂ ਇਹ ਕਹੂੰਗਾ ਸਾਰੇ ਨਹੀਂ ਉੱਪਰ ਗਏ ਜੀ। ਜਿਹੜਾ ਰਿਜ਼ਰਵੇਸ਼ਨ ਦਾ ਫਾਇਦਾ ਹੋਇਆ ਸਿਰਫ 4-5% ਲੋਕਾਂ ਨੂੰ ਹੋਇਆ, ਤੇ ਅੱਜ ਵੀ ਜਿਹੜੀ ਗਰੀਬ ਪਬਲਿਕ ਹੈ ਉਹ ਤਾਂ ਵਿਚਾਰੀ ਅੱਜ ਵੀ ਨੀਚੇ ਬੈਠੀ ਹੈ, ਉਹਨਾਂ ਨੂੰ ਕੋਈ ਰਿਜ਼ਰਵੇਸ਼ਨ ਦਾ ਫਾਇਦਾ ਨਹੀਂ ਹੋ ਰਿਹਾ ਕਿਉਂਕਿ ਉਹ ਆਪਣੇ ਬੱਚੇ ਨੂੰ ਪ੍ਰੋਪਰ ਪੜ੍ਹਾ ਨਹੀਂ ਸਕ ਰਹੇ ਤੇ ਉਹ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਨਹੀਂ ਦੇ ਸਕਦੇ। ਉਹ ਸ਼ਹਿਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਦੇ ਸਕਦੇ। ਉਹ ਬੱਚੇ ਅੱਜ ਵੀ ਗਰੀਬੀ ਰੇਖਾ ਤੋਂ ਥੱਲੇ ਕੰਮ ਕਰ ਰਹੇ ਨੇ ਤੇ ਫਾਇਦਾ ਸਿਰਫ ਤੇ ਸਿਰਫ ਜਿਹੜੇ ਅਮੀਰ ਰਿਜ਼ਰਵ ਜਿਹਨੂੰ ਆਪਾਂ ਕ੍ਰੀਮੀ ਲੇਅਰ ਕਹਿੰਦੇ ਆ ਮਿਲਿਆ। ਬਿਲਕੁਲ ਜੀ। ਇਹਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ, M ਨਾਗਰਾਜ ਜੀ ਦੇ ਨਾਂ ਤੇ ਇੱਕ ਕੋਰਟ ਕੇਸ ਹੋਇਆ ਸੀ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਵੀ ਕਿਹਾ ਵੀ ਰਿਜ਼ਰਵੇਸ਼ਨ ਦੇਣ ਤੋਂ ਪਹਿਲਾਂ ਇਹਨਾਂ ਦੇ ਵਿੱਚ ਕ੍ਰੀਮੀ ਲੇਅਰ ਇੱਕ ਫਿਕਸ ਕੀਤੀ ਜਾਣੀ ਚਾਹੀਦੀ ਹੈ। ਜਿਵੇਂ BC ਤੇ ਜਨਰਲ ਦੇ ਵਿੱਚ 8 ਲੱਖ ਦੀ ਕਲਾਜ਼ ਲੱਗੀ ਹੈ, ਰਿਜ਼ਰਵ ਕੈਟਾਗਰੀ ਦੇ ਵਿੱਚ ਵੀ ਕੋਈ ਨਾ ਕੋਈ ਲਿਮਟ ਹੋਣੀ ਚਾਹੀਦੀ ਹੈ। ਇੱਕ ਮੈਂ ਵਿੱਚ ਤੁਹਾਨੂੰ ਟੋਕ ਰਿਹਾ, ਇੱਥੇ ਤਾਂ ਨਵਜੋਤ ਸਿੰਘ ਸਿੱਧੂ ਵੀ ਜਨਰਲ ਹੈ, ਕੈਪਟਨ ਅਮਰਿੰਦਰ ਸਿੰਘ ਵੀ ਜਨਰਲ ਹੈ, ਤੁਸੀਂ ਵੀ ਜਨਰਲ ਹੋ, ਤੁਹਾਡੀਆਂ ਡਿਮਾਂਡਾਂ, ਫਿਰ ਕੀ ਰਿਵਿਊ ਹੈ? ਬਿਲਕੁਲ ਇਹੀ ਹੈ ਜੀ। ਅਸੀਂ ਕਹਾਂਗੇ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਬਿਲਕੁਲ ਇਹਨਾਂ ਦੇ ਮਨਾਂ 'ਚ ਕਿ ਵਹਿਮ ਹੈ ਵੀ ਜਨਰਲ ਕੈਟਾਗਰੀ ਦੇ ਲੋਕ ਵੋਟ ਨਹੀਂ ਪਾਉਂਦੇ, ਵੋਟ ਦਾ ਇਸਤੇਮਾਲ ਨਹੀਂ ਕਰਦੇ ਤੇ ਜ਼ਿਆਦਾਤਰ ਜਿਹੜੀ ਵੋਟ ਦਾ ਇਸਤੇਮਾਲ ਹੈ ਰਿਜ਼ਰਵ ਕੈਟਾਗਰੀ ਜਾਂ ਗਰੀਬ ਲੋਕ ਹੀ ਕਰਦੇ ਨੇ। ਤੇ ਮੈਂ ਸਰ ਇੱਕ ਹੋਰ ਤੁਹਾਨੂੰ ਬੇਨਤੀ ਕਰੂੰਗਾ, ਹੁਣ ਜਨਰਲ ਨਾਲ ਜਿਹੜਾ ਧੱਕਾ ਹੋ ਰਿਹਾ, ਹੁਣ ਜਦੋਂ ਵੀ ਕੋਈ ਭਰਤੀ ਹੁੰਦੀ ਹੈ, ਹੁਣ ਇੱਕ ਕੰਬਾਈਨਡ ਮੈਰਿਟ ਬਣਾਈ ਜਾਂਦੀ ਹੈ। ਮੰਨ ਲਓ 200 ਬੰਦੇ ਦੀ ਭਰਤੀ ਹੋ ਰਹੀ ਹੈ, ਇੱਕ ਕੰਬਾਈਨਡ ਮੈਰਿਟ ਬਣ ਗਈ। ਹੁਣ 100 ਬੰਦਾ ਜਿਹੜਾ ਉਹ ਜਨਰਲ ਨੂੰ ਦੇਣਾ ਹੁੰਦਾ। ਜਨਰਲ ਨੂੰ ਪਹਿਲਾਂ ਜਨਰਲ ਕੈਟਾਗਰੀ ਹੁੰਦੀ ਸੀ, ਹੁਣ ਇਹਨਾਂ ਨੇ ਜਨਰਲ ਮੈਰਿਟ ਹੁਣ ਜਨਰਲ ਕਰ ਦਿੱਤਾ। ਉਹਦੇ ਵਿੱਚ ST ਵਾਲੇ ਵੀ ਉਸ 'ਚ ਆ ਜਾਂਦੇ, ਉਹਦੇ ਵਿੱਚ SC ST BC ਸਾਰੇ ਆ ਜਾਂਦੇ ਨੇ। ਤੇ ਹੁਣ ਜਿਹੜੀ ਜਨਰਲ ਕੈਟਾਗਰੀ ਨੂੰ ਮੈਕਸਿਮਮ 20-25% ਸੀਟਾਂ ਮਿਲਦੀਆਂ ਨੇ ਤੇ ਬਾਕੀ ਉਹ ਰਿਜ਼ਰਵ ਕੈਟਾਗਰੀ ਨੂੰ ਚਲੀ ਜਾਂਦੀਆਂ ਨੇ, ਜਿਹਦੇ ਨਾਲ ਜਨਰਲ ਕੈਟਾਗਰੀ ਦੇ ਬੱਚਿਆਂ ਨਾਲ ਬਹੁਤ ਵੱਡਾ ਬੇਇਨਸਾਫ ਹੋ ਰਿਹਾ। ਉਹ 25-30 ਲੱਖ ਫੀਸਾਂ ਭਰ ਕੇ ਅੱਜ ਨੌਕਰੀਆਂ ਦੇ ਧੱਕੇ ਖਾਂਦੇ ਫਿਰਦੇ ਨੇ। ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਬਹੁਤ ਵਧੀਆ ਗੱਲ ਕੀਤੀ ਹੈ। ਇਹਨਾਂ ਨੇ ਕਿਹਾ ਜਿਹੜੀ ਗੱਲ ਕੀਤੀ ਜਾਂਦੀ ਹੈ ਵੀ 50% ਜਨਰਲ ਨੂੰ ਰਿਜ਼ਰਵੇਸ਼ਨ ਹੈ, ਜਦ ਕਿ 50% ਜਨਰਲ ਨੂੰ ਰਿਜ਼ਰਵੇਸ਼ਨ ਨਹੀਂ ਹੈ। ਇਹਨਾਂ ਦੀ ਗੱਲ ਬਿਲਕੁਲ ਸਹੀ ਹੈ। ਉਸ ਦੇ ਵਿੱਚ ਸਾਰੇ ਆ ਜਾਂਦੇ ਆ, ਉਸ 'ਚ OBC ਵੀ ਆ ਜਾਂਦਾ, ਉਸ 'ਚ SC ਵੀ ਆ ਜਾਂਦਾ, ਉਸ 'ਚ ST ਵੀ ਆ ਜਾਂਦਾ। ਉਹਨਾਂ ਦੀ ਰਿਜ਼ਰਵੇਸ਼ਨ ਵੱਖਰੀ ਵੀ ਹੈਗੀ ਹੈ ਤੇ ਉਹ ਜਨਰਲ 'ਚ ਵੀ ਆ ਸਕਦੇ। ਜਦ ਉਹ ਮਤਲਬ ਕਿ ਉਹਨਾਂ ਦੇ ਨੰਬਰ ਜਨਰਲ ਤੋਂ ਜ਼ਿਆਦਾ ਆਏ ਨੇ ਤਾਂ ਉਹਨਾਂ ਨੂੰ ਜਨਰਲ 'ਚ ਕੰਸੀਡਰ ਕੀਤਾ ਜਾਂਦਾ, ਔਰ ਜਦ ਉਹਨਾਂ ਦੇ ਨੰਬਰ ਜਨਰਲ ਤੋਂ ਘੱਟ ਆਏ ਨੇ ਤਾਂ ਉਹਨਾਂ ਨੂੰ ਰਿਜ਼ਰਵੇਸ਼ਨ 'ਚ ਕੰਸੀਡਰ ਕੀਤਾ ਜਾਂਦਾ। ਔਰ ਤੁਸੀਂ ਦੇਖੋ ਇੱਥੇ ਨਵਜੋਤ ਸਿੰਘ ਸਿੱਧੂ ਵੀ ਜਨਰਲ ਕੈਟਾਗਰੀ ਦੇ ਆ ਔਰ ਕੈਪਟਨ ਅਮਰਿੰਦਰ ਸਿੰਘ ਵੀ ਜਨਰਲ ਕੈਟਾਗਰੀ ਦੇ ਆ। ਉਸ ਦੇ ਬਾਵਜੂਦ ਜਨਰਲ ਕੈਟਾਗਰੀ ਦੇ ਜਿਹੜੇ ਲੋਕ ਆ ਉਹ ਧੱਕੇ ਖਾ ਰਹੇ ਨੇ, ਆਪਣਾ ਮੈਮੋਰੈਂਡਮ ਦੇ ਰਹੇ ਨੇ
ਪਰ ਉੱਥੇ ਸੁਣਵਾਈ ਜਿਹੜੀ ਹੈ ਨਹੀਂ ਹੋ ਰਹੀ। ਹੁਣ ਦੇਖਣਾ ਇਹ ਹੈ ਵੀ ਜਨਰਲ ਕੈਟਾਗਰੀ ਦੀ ਕੋਈ ਸੁਣਵਾਈ ਹੁੰਦੀ ਹੈ, ਉਹਨਾਂ ਦੀ ਮੰਗਾਂ ਤੇ ਕੋਈ ਸਰਕਾਰ ਧਿਆਨ ਦੇਗੀ ਜਾਂ ਨਹੀਂ। ਇਹਨਾਂ ਦਾ ਕਹਿਣਾ ਹੈ ਵੀ ਇਸ ਕਰਕੇ ਇਗਨੋਰ ਕੀਤਾ ਜਾਂਦਾ ਕਿਉਂਕਿ ਜਨਰਲ ਕੈਟਾਗਰੀ ਦੀ ਜਿਹੜੀਆਂ ਵੋਟਾਂ ਹੈ, ਸਰਕਾਰਾਂ ਇਹ ਮੰਨਦੀਆਂ ਵੀ ਜਨਰਲ ਕੈਟਾਗਰੀ ਦੀਆਂ ਵੋਟਾਂ ਇਕੱਠੀਆਂ ਇੱਕ ਪਾਸੇ ਨਹੀਂ ਪੈਂਦੀਆਂ, ਉਹ ਸੋਚ ਸਮਝ ਕੇ ਆਪਣੀ ਵੋਟ ਪਾਉਂਦਾ, ਜਿਸ ਕਰਕੇ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ हर गल गुप्त रखी जाएगी। अलीशा बेगम। हर परिवार ਨੂੰ ਚਲਾਉਣ ਵਾਲੀ ਇੱਕ ਔਰਤ ਹੁੰਦੀ ਹੈ। ਔਰਤ ਹੀ ਘਰ ਦੀ ਜ਼ਿੰਮੇਵਾਰੀ ਸੰਭਾਲਦੀ ਹੈ, ਭਾਵੇਂ ਬੱਚਿਆਂ ਦੀ ਪੜ੍ਹਾਈ ਹੋਏ, ਭਾਵੇਂ ਦਵਾਈ ਹੋਏ, ਭਾਵੇਂ ਘਰ ਨੂੰ ਇਕੱਠਾ ਕਰਨਾ ਹੋਏ। ਹਰ ਪਰਿਵਾਰ ਦੀ ਮੁਸ਼ਕਲ ਜੇ ਹੱਲ ਕਰਦੀ ਹੈ ਤੇ ਇੱਕ ਔਰਤ ਕਰਦੀ ਹੈ। ਇਸ ਗੱਲ ਨੂੰ ਧਿਆਨ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਨੀਲੇ ਕਾਰਡ ਹੋਲਡਰ ਪਰਿਵਾਰ ਦੀ ਮੁੱਖ ਔਰਤ ਨੂੰ ਹਰ ਮਹੀਨੇ 2000 ਰੁਪਇਆ ਮਹੀਨਾ ਉਹਨਾਂ ਦੇ ਖਾਤੇ 'ਚ ਦਿੱਤਾ ਜਾਊਗਾ। ਸਾਲ ਦਾ 24000 ਰੁਪਇਆ ਉਸ ਮੁਖੀ ਪਰਿਵਾਰ ਦੀ ਔਰਤ ਦੇ ਖਾਤੇ 'ਚ ਦਿੱਤਾ ਜਾਊਗਾ, ਜਿਸ ਕਰਕੇ ਉਸ ਔਰਤ ਨੂੰ ਕਿਸੇ ਚੀਜ਼ ਦੀ ਮੁਸ਼ਕਿਲ ਨਾ ਪਏ। ਆ ਸਾਡਾ ਵਾਅਦਾ ਸਾਰੇ ਪਰਿਵਾਰਾਂ ਨੂੰ ਹੈ।